ਅੱਜ ਦੇ ਟਾਈਮ ਤੇ ਮੈਂ ਇਹ ਸਿੱਖਿਆ ਹੈ ਕਿ ਮਾਂ-ਬਾਪ ਵੀ ਕਿਸੇ ਵੇਲੇ ਗਲਤ ਹੋ ਸਕਦੇ ਨੇ। ਇਹ ਨਹੀਂ ਕਿ ਉਹਨਾਂ ਨੇ ਮੇਰੇ ਲਈ ਕੋਈ ਗਲਤ ਡਿਸੀਜਨ ਲਿੱਤਾ। ਮੈਨੂੰ ਅੱਜ ਵੀ ਉਹ ਟਾਈਮ ਯਾਦ ਹੈ ਕਿ ਜਦੋਂ ਇੱਕ ਦਿਨ ਪਹਿਲਾਂ ਮੈਨੂੰ ਕਾਲਜ ਦੇ ਵਿੱਚ ਬੁਲਾਇਆ ਜਾਂਦਾ ਹੈ ਕਿ ਮੈਂ ਹਾਲਾਤ ਇਦਾਂ ਦੇ ਹੋ ਗਏ 2020 ਦੇ ਵਿੱਚ 21 ਦੇ ਵਿੱਚ ਕਿ ਮੈਂ ਆਪਣੇ ਆਪ ਨੂੰ ਇੱਕ ਨਿਰਾਸ਼ਾ ਦੇ ਇੱਕ ਜੰਗਲ ਦੇ ਵਿੱਚ ਫੇਰ ਮੈਂ ਗਿਰਨ ਹੀ ਵਾਲੀ ਸੀ ਕਿ ਅਚਾਨਕ ਹੀ ਮੈਨੂੰ ਫੇਸਬੁੱਕ ਦੇ ਉੱਪਰ ਇੱਕ ਮੈਸੇਜ ਆਉਂਦਾ ਹੈ ਕਿ ਅਸੀਂ ਤੁਹਾਡਾ ਇੰਟਰਨੈਸ਼ਨਲ ਲੈਵਲ ਦੇ ਉੱਪਰ ਬੈਠੇ ਹੋਏ ਲੋਕਾਂ ਦੇ ਨਾਲ ਇੰਟਰੈਕਟ ਕਰ ਸਕਦੀ ਹਾਂ ਤੇ ਮੇਰੇ ਕਸਬੇ ਦੇ ਵਿੱਚ ਬੈਠੇ ਹੋਏ ਹੋਰ ਮੁੰਡੇ ਕੁੜੀਆਂ ਇਹ ਸਭ ਕਿਉਂ ਨਹੀਂ ਕਰ ਸਕਦੇ। ਆਪਸ਼ਨ ਸੀ ਕਿ ਆਪਣੇ ਰਿਸ਼ਤੇਦਾਰਾਂ ਦੇ ਕੋਲ ਵਿਦੇਸ਼ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ, ਪਰ ਮੈਂ ਇਹੀ ਸੋਚਿਆ ਕਿ ਨਹੀਂ, ਸਭ ਗਏ ਹੋਏ ਨੇ ਵਿਦੇਸ਼, ਠੀਕ ਹੈ, ਉਹ ਖੁਸ਼ ਨੇ ਵਿਦੇਸ਼ਾਂ ਦੇ ਵਿੱਚ, ਪਰ ਮੈਂ ਸਤਿ ਸ਼੍ਰੀ ਅਕਾਲ, ਮੇਰਾ ਨਾਮ ਰੁਪਿੰਦਰ ਮਾਲੀਆ ਹੈ। ਮੈਂ ਇੱਕ ਐਜੂਕੇਸ਼ਨਿਸਟ ਔਰ ਐਂਟਰਪ੍ਰੈਨਿਓਰ ਹਾਂ। ਮੈਂ ਇੱਕ ਛੋਟੇ ਜਿਹੇ ਕਸਬੇ ਮੁਕੇਰੀਆਂ ਤੋਂ ਆਉਂਦੀ ਹਾਂ। ਮੇਰਾ ਬਚਪਨ ਲੁਧਿਆਣਾ ਸ਼ਹਿਰ ਦੇ ਵਿੱਚ ਗੁਜ਼ਰਿਆ, ਉੱਥੇ ਹੀ ਮੇਰਾ ਜਨਮ ਹੋਇਆ ਔਰ ਮੈਂ ਇੱਕ ਮਿਡਲ ਕਲਾਸ ਫੈਮਿਲੀ, ਇੱਕ ਨਾਰਮਲ ਜੀ ਮਿਡਲ ਕਲਾਸ ਫੈਮਿਲੀ ਜਿਵੇਂ ਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਹੁੰਦੇ ਨੇ, ਉੱਥੋਂ ਦੀ ਆਪਣੀ ਲਾਈਫ ਜਰਨੀ ਨੂੰ ਸਟਾਰਟ ਕੀਤਾ। ਔਰ ਇੱਕ ਨਾਰਮਲ ਹਾਊਸ ਹੋਲਡ ਦੀ ਤਰ੍ਹਾਂ ਹੀ ਮੇਰੇ ਪਰਿਵਾਰ ਦੇ ਵਿੱਚ ਵੀ ਮਾਤਾ ਪਿਤਾ ਨੂੰ ਬਸ ਇਹੀ ਸੀ ਕਿ ਲੜਕੀ ਨੂੰ ਅੱਛੀ ਐਜੂਕੇਸ਼ਨ ਲੈਣੀ ਚਾਹੀਦੀ ਹੈ ਔਰ ਵਿਆਹ ਕਰਕੇ ਆਪਣੇ ਸਹੁਰੇ ਘਰ ਚਲੇ ਜਾਣਾ ਚਾਹੀਦਾ ਹੈ। ਇਸ ਦੌਰਾਨ ਇਹ ਜ਼ਰੂਰ ਹੁੰਦਾ ਹੈ ਕਿ ਮਾਂ-ਬਾਪ ਨੇ ਕਦੀ ਕੋਈ ਵੱਡੇ ਸੁਪਨੇ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਉਨਾ ਕੀ ਸੋਚੋ ਜਿੰਨਾ ਕੁ ਤੁਹਾਡੀ ਜ਼ਿੰਦਗੀ ਦੇ ਲਈ ਅੱਗੇ ਘਰ ਦੇ ਵਿੱਚ ਜਾਣ ਦੇ ਲਈ ਜ਼ਰੂਰੀ ਹੈ। ਤੇ ਮੈਂ ਵੀ ਆਪਣੇ ਦਿਮਾਗ ਦੇ ਵਿੱਚ ਇੱਦਾਂ ਦੀਆਂ ਕਹਾਣੀਆਂ ਲੈ ਕੇ ਫਿਰ ਅੱਗੇ ਵੱਧਦੀ ਰਹੀ ਕਿ ਮੈਂ ਜ਼ਿਆਦਾ ਵੱਡੇ ਸੁਪਨੇ ਨਹੀਂ ਦੇਖ ਸਕਦੀ, ਲੇਕਿਨ ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇਮੈਜਿਨ ਕਰਦੀ ਰਹੀ ਕਿ ਸ਼ਾਇਦ ਜੇ ਕਦੀ ਮੌਕਾ ਮਿਲਿਆ ਤੇ ਮੈਂ ਲਾਈਫ ਦੇ ਵਿੱਚ ਕੁਝ ਅਚੀਵ ਕਰੂੰਗੀ। ਪੜ੍ਹਾਈ ਦੇ ਵਿੱਚ ਇੰਟਰਸਟ ਸ਼ੁਰੂ ਤੋਂ ਸੀ। ਗਵਰਨਮੈਂਟ ਕਾਲਜ ਫॉर ਵਿਮਨ ਲੁਧਿਆਣਾ ਦੇ ਵਿੱਚ ਮੈਂ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਔਰ ਇੰਗਲਿਸ਼ ਲਿਟਰੇਚਰ ਹਮੇਸ਼ਾ ਹੀ ਮੇਰਾ ਪਸੰਦੀਦਾ ਰਿਹਾ ਔਰ ਮੈਂ ਹਮੇਸ਼ਾ ਇਹ ਸੋਚਦੀ ਸੀ ਕਿ ਮੈਂ ਅੱਗੇ ਚੱਲ ਕੇ ਕਦੀ ਇੰਗਲਿਸ਼ ਲਿਟਰੇਚਰ ਨੂੰ ਪੜ੍ਹਾਉਂਗੀ ਬੱਚਿਆਂ ਨੂੰ। ਮੇਰੀ ਲਾਈਫ ਜਰਨੀ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਸਟਰਗਲ ਰਹੀ ਮੇਰੀ, ਉਹ ਇਹ ਰਹੀ ਕਿ ਮੈਨੂੰ ਆਪਣੀ ਲਾਈਫ ਦੇ ਵਿੱਚ ਆਪਣੇ ਪੇਰੈਂਟਸ ਨੂੰ ਆਪਣੇ ਦਿਲ ਦੀ ਕੋਈ ਵੀ ਗੱਲ ਸਮਝਾਉਣੀ ਨਹੀਂ ਆਈ। ਕਦੀ ਵੀ ਇਹ ਦੱਸਣਾ ਨਹੀਂ ਆਇਆ ਕਿ ਮੇਰੇ ਦਿਮਾਗ ਦੇ ਵਿੱਚ ਕੀ ਚੱਲਦਾ ਪਿਆ। ਮੈਂ ਹਮੇਸ਼ਾ ਉਹਨਾਂ ਚੀਜ਼ਾਂ ਨੂੰ ਹੀ ਐਕਸੈਪਟ ਕਰਦੀ ਰਹੀ ਕਿ ਜੋ ਸਮਾਜ ਸਾਨੂੰ ਕਹਿੰਦਾ ਹੈ, ਮਾਂ-ਬਾਪ ਸਾਨੂੰ ਕਹਿੰਦੇ ਨੇ। ਪਰ ਅਲਟੀਮੇਟਲੀ ਅੱਜ ਦੇ ਟਾਈਮ ਤੇ ਮੈਂ ਇਹ ਸਿੱਖਿਆ ਹੈ ਕਿ ਮਾਂ-ਬਾਪ ਵੀ ਕਿਸੇ ਵੇਲੇ ਗਲਤ ਹੋ ਸਕਦੇ ਨੇ। ਇਹ ਨਹੀਂ ਕਿ ਉਹਨਾਂ ਨੇ ਮੇਰੇ ਲਈ ਕੋਈ ਗਲਤ ਡਿਸੀਜਨ ਲਿੱਤਾ, ਪਰ ਹਾਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਮਾਂ-ਬਾਪ ਹੋਣ ਦੇ ਨਾਤੇ ਸਾਨੂੰ ਆਪਣੇ ਬੱਚੇ ਦੇ ਇਮੋਸ਼ਨਸ ਨੂੰ ਸਮਝਣਾ ਵੀ ਚਾਹੀਦਾ ਹੈ। ਕਦੀ ਉਹਨੂੰ ਵੀ ਪੁੱਛ ਲੈਣਾ ਚਾਹੀਦਾ ਹੈ ਕਿ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ, ਤੂੰ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦਾ। ਬਟ ਐਨੀ ਹਾਊ ਬਹੁਤ ਘੱਟ ਉਮਰ ਦੇ ਵਿੱਚ ਹੀ ਮੇਰਾ ਵਿਆਹ ਹੋ ਗਿਆ ਔਰ ਮੈਨੂੰ ਲੱਗਿਆ ਕਿ ਬਸ ਇੱਥੋਂ ਦੀ ਮੇਰੇ ਸੁਪਨੇ ਦੇਖਣ ਵਾਲੀ ਜਿਹੜੀ ਇੱਕ ਜਰਨੀ ਹੈ ਉਹ ਸਭ ਖਤਮ ਹੋ ਗਿਆ। ਪਰਮਾਤਮਾ ਦੀ ਕਿਰਪਾ ਰਹੀ ਕਿ ਮੈਂ ਜਦੋਂ ਆਪਣੀ ਅਗਲੀ ਫੈਮਿਲੀ ਦੇ ਵਿੱਚ ਆਈ ਤੇ ਮੇਰੇ ਸੱਸ ਸਸੁਰ ਨੇ ਮੈਨੂੰ ਪੜ੍ਹਾਈ ਕਰਨ ਦਾ ਮੌਕਾ ਦਿੱਤਾ। ਮੇਰੇ ਹਸਬੈਂਡ ਨੇ ਮੈਨੂੰ ਸਪੋਰਟ ਕੀਤਾ ਕਿ ਹਾਂ ਤੂੰ ਅਗਲੀ ਪੜ੍ਹਾਈ ਨੂੰ ਜਾਰੀ ਰੱਖ ਸਕਦੀ ਹੈ। ਪਰ ਅਸੀਂ ਕਿੰਨਾ ਵੀ ਕੋਸ਼ਿਸ਼ ਕਰ ਲਈਏ, ਸਾਡੇ ਇੰਡੀਅਨ ਸਮਾਜ ਦੇ ਵਿੱਚ ਕਦੀ ਵੀ ਜਿਹੜੇ ਸਾਡੇ ਤੋਂ ਪਿਛਲੀ ਜਨਰੇਸ਼ਨ ਹੈ, ਪ੍ਰੀਵੀਅਸ ਜਨਰੇਸ਼ਨ ਹੈ, ਉਹ ਇਹ ਨਹੀਂ ਸਮਝ ਪਾਉਂਦੀ ਕਿ ਪੜ੍ਹਾਈ ਕਰਨਾ ਔਰ ਪਰਿਵਾਰ ਨੂੰ ਚਲਾਉਣਾ, ਅੱਗੇ ਲੈ ਕੇ ਜਾਣਾ, ਇਹ ਇੱਕ ਇਨਸਾਨ ਦੇ ਲਈ ਥੋੜ੍ਹਾ ਜਿਹਾ ਸੰਘਰਸ਼ਪੂਰਨ ਬਣ ਜਾਂਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਨਹੀਂ, ਜੋ ਅੱਗੇ ਦਿਖ ਰਿਹਾ ਹੈ ਉਹੀ ਸਭ ਚੀਜ਼ਾਂ ਨੇ। ਪੜ੍ਹਦੇ ਆਪਣੀ ਫੈਮਿਲੀ ਲਾਈਫ ਨੂੰ ਵੀ ਅੱਗੇ ਲੈ ਕੇ ਜਾਣਾ, ਸਾਡੇ ਛੋਟੇ ਕਸਬਿਆਂ ਦੇ ਵਿੱਚ, ਸਮਾਜ ਦੇ ਵਿੱਚ ਔਰਤਾਂ ਹੀ ਔਰਤਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ। ਇਹ ਇੱਕ ਫੈਕਟ ਹੈ ਜੋ ਕਿ ਹਰ ਔਰਤ ਮੇਰੇ ਨਾਲ ਰਿਲੇਟ ਕਰ ਸਕਦੀ। ਅਗਰ ਸਾਸੂ ਮਾਂ ਸਪੋਰਟਿਵ ਹੈ ਵੀ ਤੇ ਦੂਸਰੀਆਂ ਔਰਤਾਂ ਨੇ ਆ ਕੇ ਉਹਨਾਂ ਨੂੰ ਇਹ ਪੁੱਛਣਾ ਕਿ ਕੀ ਗੱਲ, ਖੁਸ਼ਖਬਰੀ ਕਦੋਂ ਮਿਲੇਗੀ, ਜਦ ਕਿ ਮੇਰੇ ਦਿਮਾਗ ਦੇ ਵਿੱਚ ਇਹ ਹੈ ਕਿ ਮੈਂ ਆਪਣੀ MA ਦੇ ਵਿੱਚ ਟੌਪਰ ਬਣਨਾ ਹੈ। ਇਹ ਇੱਕ ਅਲੱਗ ਤਰ੍ਹਾਂ ਦਾ ਸੰਘਰਸ਼ ਹੁੰਦਾ ਹੈ ਜੋ ਬਹੁਤ ਸਾਰੀ ਔਰਤਾਂ ਮੇਰੇ ਨਾਲ ਰਿਲੇਟ ਕਰਨਗੀਆਂ ਵੀ, ਲੇਕਿਨ ਫਿਰ ਵੀ ਪਰਮਾਤਮਾ ਦੇ ਉੱਪਰ ਵਿਸ਼ਵਾਸ, ਆਪਣੀ ਐਬਿਲਿਟੀਜ਼ ਦੇ ਉੱਪਰ ਵਿਸ਼ਵਾਸ, ਇਹਨਾਂ ਸਾਰੀਆਂ ਚੀਜ਼ਾਂ ਨੇ ਮੈਨੂੰ ਹਿੰਮਤ ਦਿੱਤੀ ਔਰ ਮੈਂ ਅੱਗੇ ਵੱਧਦੀ ਗਈ। ਔਰ ਮੈਨੂੰ ਅੱਜ ਵੀ ਉਹ ਟਾਈਮ ਯਾਦ ਹੈ ਕਿ ਜਦੋਂ ਇੱਕ ਦਿਨ ਪਹਿਲਾਂ ਮੈਨੂੰ ਕਾਲਜ ਦੇ ਵਿੱਚ ਬੁਲਾਇਆ ਜਾਂਦਾ ਹੈ ਕਿ ਮੈਂ ਆਪਣੀ ਕਾਲਜ ਦੇ ਵਿੱਚ MA ਦੇ ਵਿੱਚ ਟੌਪਰ ਬਣ ਗਈ ਹਾਂ ਔਰ ਅਗਲੇ ਹੀ ਦਿਨ ਮੈਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੰਦੀ ਹਾਂ ਔਰ ਉੱਥੋਂ ਦੀ ਮੇਰੀ ਲਾਈਫ ਦੀ ਇੱਕ ਨਵੀਂ ਜਰਨੀ ਸਟਾਰਟ ਹੋਈ ਔਰ ਮੈਂ ਇੱਕ ਬਹੁਤ ਅੱਛੇ ਇੰਸਟੀਟਿਊਟ ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ। ਲੇਕਿਨ ਹੁਣ ਇੱਕ ਅਲੱਗ ਤਰ੍ਹਾਂ ਦਾ ਸਿਨੈਰੀਓ ਮੇਰੇ ਸਾਹਮਣੇ ਆ ਗਿਆ। ਇੱਕ ਤਰਫ ਤੁਸੀਂ ਇਮੋਸ਼ਨਲੀ ਆਪਣੇ ਆਪ ਨੂੰ
ਜੋੜਦੇ ਹੋ, ਹਿੰਮਤ ਆਪਣੀ ਵਧਾਉਂਦੇ ਹੋ ਕਿ ਮੈਂ ਕਰੀਅਰ ਦੇ ਵਿੱਚ ਅੱਗੇ ਵਧਣਾ ਹੈ, ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਅੱਛੀ ਤਰ੍ਹਾਂ ਕਰਨਾ ਹੈ, ਮੈਂ ਆਪਣੇ ਪਰਿਵਾਰ ਨੂੰ ਵੀ ਅੱਛੀ ਤਰ੍ਹਾਂ ਦੇਖਣਾ ਹੈ। ਹਾਲਾਂਕਿ ਉਸ ਟਾਈਮ ਦੇ ਵਿੱਚ ਇੱਦਾਂ ਦਾ ਕੋਈ ਜ਼ਰੀਆ ਮੈਨੂੰ ਪਤਾ ਨਹੀਂ ਸੀ ਕਿ ਮੈਂ ਆਪਣੇ ਇਮੋਸ਼ਨਸ ਨੂੰ ਚੈਨਲਾਈਜ਼ ਕਰਨ ਦੇ ਲਈ ਮੈਂ ਕਿਸੇ ਨਾਲ ਗੱਲ ਕਰ ਸਕਦੀ ਹਾਂ, ਮੈਂ ਦੱਸ ਸਕਦੀ ਮੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ। ਲੇਕਿਨ ਹਰ ਚੀਜ਼ ਜਿਵੇਂ ਕਿ ਸਾਡੇ ਪਰਿਵੇਸ਼ ਦੇ ਵਿੱਚ, ਸਮਾਜਿਕ ਪਰਿਵੇਸ਼ ਦੇ ਵਿੱਚ ਇੱਦਾਂ ਦੇਖੀ ਜਾਂਦੀ ਹੈ ਕਿ ਬਸ ਸਭ ਕੁਝ ਅੱਛਾ ਨਜ਼ਰ ਆਉਣਾ ਚਾਹੀਦਾ, ਅਤੇ ਆਪਣੀ ਦਿਮਾਗੀ ਸਟਰਗਲਸ ਕਦੀ ਕਿਸੇ ਦੇ ਨਾਲ ਸ਼ੇਅਰ ਹੀ ਨਹੀਂ ਕੀਤੀਆਂ। ਹੁਣ ਜੌਬ ਸਿਨਾਰੀਓ ਦੇ ਵਿੱਚ ਫਿਰ ਉਹੀ ਸਟਰਗਲ, ਕਿਉਂਕਿ ਹਮੇਸ਼ਾ ਜ਼ਿੰਦਗੀ ਦੇ ਵਿੱਚ ਟੌਪਰ ਬਣਨ ਦੀ ਇੱਛਾ। ਹੁਣ ਪ੍ਰਮੋਸ਼ਨ ਚਾਹੀਦੇ ਨੇ, ਸੈਲਰੀ ਚਾਹੀਦੀ ਹੈ, ਇੱਕਦਮ ਕਾਰਪੋਰੇਟ ਜਿਹਾ ਮਾਹੌਲ ਉਸ ਜੌਬ ਸਿਨੈਰੀਓ ਦਾ। ਔਰ ਉੱਥੇ ਹੌਲੀ ਹੌਲੀ ਆਪਣੇ ਆਪ ਨੂੰ ਇੱਦਾਂ ਪਾਇਆ ਕਿ ਕੰਮ ਤੇ ਸਾਰੇ ਤੁਹਾਡੇ ਤੋਂ ਕਰਵਾਏ ਜਾਂਦੇ ਨੇ, ਪਰ ਤੁਹਾਨੂੰ ਉਸ ਤਰ੍ਹਾਂ ਦੀ ਸ਼ਾਬਾਸ਼ੀ ਨਹੀਂ ਮਿਲਦੀ। ਤੁਹਾਡਾ ਕੰਪੈਰੀਜ਼ਨ ਕੀਤਾ ਜਾਂਦਾ ਹੈ ਕੁਝ ਇੱਦਾਂ ਦੇ ਕੋਲੀਗਸ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਸਮਝਦੇ ਆ ਕਿ ਬਈ ਇਹਦੇ ਨਾਲੋਂ ਤਾਂ ਮੇਰੀ ਕੁਆਲੀਫਿਕੇਸ਼ਨ ਵੀ ਜ਼ਿਆਦਾ ਹੈ ਔਰ ਮੇਰੀਆਂ ਸਕਿੱਲਸ ਵੀ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਨਹੀਂ। ਪਰ ਇਹ ਸਮਝ ਆਇਆ ਕਿ ਇਹ ਲੋਕ ਸਿਰਫ ਆਪਣੇ ਸੁਪਨੇ ਪੂਰੇ ਕਰ ਰਹੇ ਨੇ, ਇਹ ਤੁਹਾਡੇ ਸੁਪਨਿਆਂ ਬਾਰੇ ਨਹੀਂ ਸੋਚ ਰਹੇ। ਹੁਣ ਇੱਥੇ ਉਹ ਗੱਲ ਆ ਜਾਂਦੀ ਹੈ ਜਿਹੜੀ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਕਿ ਪੇਰੈਂਟਸ ਨੇ ਕਦੀ ਇਮੋਸ਼ਨਲੀ ਸਟਰੋਂਗ ਬਣਾਇਆ ਹੀ ਨਹੀਂ। ਹੁਣ ਕੀ ਹੁੰਦਾ ਸੀ, ਜੇ ਜੌਬ ਦੇ ਮੀਟਿੰਗਸ ਦੇ ਦੌਰਾਨ ਕੁਝ ਡਾਂਟ ਪੈ ਗਈ, ਕਿਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ, ਆਪਣਾ ਪ੍ਰੋਜੈਕਟ ਪੇਸ਼ ਕਰਨਾ, ਥੋੜ੍ਹਾ ਜਿਹਾ ਕੁਝ ਉੱਪਰ ਨੀਚੇ ਹੋ ਗਿਆ ਤੇ ਅੱਖਾਂ ਦੇ ਵਿੱਚੋਂ ਟਪ ਟਪ ਕਰਕੇ ਆਂਸੂ ਆਉਣੇ ਸ਼ੁਰੂ ਹੋ ਜਾਣ। ਔਰ ਇਸ ਚੀਜ਼ ਨੂੰ ਉਹਨਾਂ ਨੇ ਇਸ ਤਰ੍ਹਾਂ ਦੇਖਣਾ ਕਿ ਇਹ ਸਭ ਡਰਾਮੇਬਾਜ਼ੀ ਚੱਲ ਰਹੀ ਹੈ। ਔਰ ਹੌਲੀ ਹੌਲੀ ਉਸ ਲੈਵਲ ਤੇ ਪਹੁੰਚ ਕੇ ਮੈਨੂੰ ਇਹ ਸਮਝ ਆਇਆ ਕਿ ਕਿੰਨਾ ਜ਼ਰੂਰੀ ਹੈ, ਨਾ ਸਿਰਫ ਔਰਤਾਂ ਦੇ ਲਈ ਬਲਕਿ ਇੱਕ ਮੇਲ ਫੀਮੇਲ ਹਰ ਜੈਂਡਰ ਦੇ ਬੱਚੇ ਦੇ ਲਈ, ਕਿ ਉਹਦੇ ਪੇਰੈਂਟਸ ਉਹਨੂੰ ਬਚਪਨ ਤੋਂ ਇਹ ਚੀਜ਼ ਸਿਖਾਉਣ ਕਿ ਇਮੋਸ਼ਨਲੀ ਸਟਰੋਂਗ ਹੋਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਆਪਣੀ ਗੱਲ ਨੂੰ ਦੂਸਰੇ ਦੇ ਸਾਹਮਣੇ ਰੱਖਣਾ, ਕਮਿਊਨੀਕੇਸ਼ਨ ਸਕਿੱਲਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਿੰਨੀਆਂ ਜ਼ਰੂਰੀ ਨੇ। ਸਿਰਫ ਇੰਗਲਿਸ਼ ਦੇ ਵਿੱਚ MA ਕਰ ਲੈਣਾ ਜਾਂ ਇੱਕ ਟੌਪਰ ਬਣ ਜਾਣਾ ਹੀ ਸਾਰੀ ਗੱਲ ਨਹੀਂ, ਇਹ ਵੀ ਆਉਣਾ ਚਾਹੀਦਾ ਹੈ ਕਿ ਆਪਣੀ ਗੱਲ ਨੂੰ ਦੂਸਰੇ ਨੂੰ ਸਮਝਾਉਣਾ ਕਿੱਦਾਂ। ਹੁਣ ਜਦ ਟਪ ਟਪ ਕਰਕੇ ਆਂਸੂ ਤੁਸੀਂ ਕਾਰਪੋਰੇਟ ਦੇ ਵਿੱਚ ਦੂਸਰਿਆਂ ਦੇ ਸਾਹਮਣੇ ਬਹਾਣੇ ਸ਼ੁਰੂ ਕਰ ਦੂੰਗੇ ਤੇ ਉਹ ਤੁਹਾਨੂੰ ਆਪਣੇ ਆਪ ਹੀ ਕਮਜ਼ੋਰ ਸਮਝਣਾ ਸ਼ੁਰੂ ਕਰ ਦਿੰਦੇ। ਤੇ ਹੌਲੀ ਹੌਲੀ ਕੀ ਹੋਣ ਲੱਗਾ, ਦੂਸਰੇ ਲੋਕਾਂ ਦੇ ਨਾਲ ਕੰਪੈਰੀਜ਼ਨ ਜ਼ਿਆਦਾ ਹੋਣ ਲੱਗ ਗਿਆ। ਇਹ ਪਰਸਨ ਜ਼ਿਆਦਾ ਇਮੋਸ਼ਨਲੀ ਸਟਰੋਂਗ ਹੈ ਤਾਂ ਕਰਕੇ ਇਹਨੂੰ ਜ਼ਿਆਦਾ ਰਿਸਪੌਂਸਿਬਿਲਿਟੀਜ਼ ਮਿਲਣਗੀਆਂ, ਤੁਹਾਨੂੰ ਘੱਟ ਮਿਲਣਗੀਆਂ। 8 ਸਾਲ ਦਾ ਸਫ਼ਰ ਇਸ ਤਰ੍ਹਾਂ ਉਸ ਨੌਕਰੀ ਦਾ ਮੈਂ ਪੂਰਾ ਕੀਤਾ। ਇਸੇ ਦੌਰਾਨ ਕਰੋਨਾ ਪੈਂਡੈਮਿਕ ਜੋ 2020 ਦੇ ਵਿੱਚ ਆ ਗਿਆ, ਸਾਡੇ ਵਿੱਚ ਹਰ ਕਿਸੇ ਨੇ ਉਸ ਸਿਚੁਏਸ਼ਨ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਮਾਈਂਡਸੈਟ ਦੇਖਿਆ, ਇੱਕ ਨਵੀਂ ਤਰ੍ਹਾਂ ਦੀ ਉਹ ਹਾਲਾਤ ਸਾਡੇ ਲਈ ਨਵੇਂ ਸੀ। ਮੈਂ ਵੀ ਉਸ ਚੀਜ਼ ਨੂੰ ਉਸ ਤਰ੍ਹਾਂ ਹੀ ਦੇਖ ਰਹੀ ਸੀ। ਔਰ ਉਹਨਾਂ 8 ਸਾਲਾਂ ਦੀ ਆਪਣੀ ਸਟਰਗਲ, ਜੋ ਇੱਕ ਇਮੋਸ਼ਨਲ ਸਟਰਗਲ ਔਰ ਹਰ ਤਰ੍ਹਾਂ ਦਾ ਮੀਨਸ ਇੱਕ ਜੌਬ ਔਰ ਆਪਣੇ ਘਰ ਦੇ ਇੰਬੈਲੈਂਸਿਸ ਜਿਹੜੇ ਹੋ ਜਾਂਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਣਾ ਸ਼ੁਰੂ ਕੀਤਾ ਤੇ ਇਹ ਪਾਇਆ ਕਿ ਜਿਨ੍ਹਾਂ ਲੋਕਾਂ ਦੇ ਲਈ ਤੁਸੀਂ 8 ਸਾਲ ਤੋਂ ਆਪਣਾ ਸਮਾਂ ਬਰਬਾਦ ਕਰਦੇ ਆ ਰਹੇ ਹੋ, ਉਹ ਦਰਅਸਲ ਅੰਦਰੋਂ ਦੀ ਤੁਹਾਡੇ ਨਾਲ ਕੋਈ ਜੁੜੇ ਹੋਏ ਹੈ ਹੀ ਨਹੀਂ। ਔਰ ਉਸ ਵੇਲੇ ਇਹ ਡਿਸੀਜਨ ਲਿੱਤਾ ਕਿ ਨਹੀਂ, ਮੇਰੀ ਮੈਂਟਲ ਹੈਲਥ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੇਰੇ ਦਿਮਾਗ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ ਉਹਨਾਂ ਦਾ ਬਾਹਰ ਆਉਣਾ ਜ਼ਰੂਰੀ ਹੈ। ਹੁਣ ਇਹ ਚੀਜ਼ ਕਿੱਦਾਂ ਕਰਨੀ ਹੈ, ਮੈਂ ਕਿਸ ਤਰ੍ਹਾਂ ਦੂਸਰਿਆਂ ਨੂੰ ਦੱਸਾਂ ਕਿ ਮੇਰੇ ਦਿਮਾਗ 'ਚ ਕੀ ਚੱਲ ਰਿਹਾ ਹੈ। ਅਤੇ ਮੈਨੂੰ ਇਹ ਪਤਾ ਸੀ ਕਿਉਂਕਿ ਮੇਰੀ ਲੈਂਗੁਏਜ ਸਕਿੱਲਸ ਅੱਛੀਆਂ ਨੇ ਅਤੇ ਮੈਂ ਲਿਖ ਸਕਦੀ ਹਾਂ, ਮੈਂ ਪੋਇਟਰੀ ਦੇ ਥਰੂ ਦੱਸ ਸਕਦੀ ਹਾਂ, ਬਲੌਗਿੰਗ ਦੇ ਥਰੂ ਦੱਸ ਸਕਦੀ ਹਾਂ। ਇਹ ਚੀਜ਼ਾਂ ਦਿਮਾਗ ਦੇ ਵਿੱਚ ਆ ਰਹੀਆਂ ਸੀ। ਔਰ ਸਭ ਤੋਂ ਵੱਡਾ ਡਿਸੀਜਨ ਉਸ ਵੇਲੇ ਜੋ ਮੈਂ ਲਿੱਤਾ ਲਾਈਫ ਦੇ ਵਿੱਚ, ਉਹ ਇਹ ਲਿੱਤਾ ਕਿ ਮੈਂ ਇਹ ਨੌਕਰੀ ਨੂੰ ਛੱਡ ਦੇਣਾ। ਹਾਲਾਂਕਿ ਬਹੁਤ ਪ੍ਰੈਸ਼ਰ ਪਾਇਆ ਗਿਆ ਉਸ ਵੇਲੇ ਮੇਰੇ ਉੱਪਰ ਕਿ ਇਹ ਨੌਕਰੀ ਇੱਦਾਂ ਨਹੀਂ ਛੱਡੀ ਜਾ ਸਕਦੀ, ਲੇਕਿਨ ਫਿਰ ਉਸ ਵੇਲੇ ਡਿਸੀਜਨ ਲਿੱਤਾ ਕਿ ਅੱਜ ਤੱਕ ਤੇ ਸਿਰਫ ਲੋਕਾਂ ਨੂੰ ਫੋਲੋ ਕੀਤਾ, ਦੂਸਰਿਆਂ ਨੇ ਜੋ ਚਾਹਿਆ ਸਿਰਫ ਉਹ ਕੀਤਾ। ਹੁਣ ਇਹ ਨਹੀਂ ਹੋਏਗਾ, ਹੁਣ ਇਹੀ ਹੋਏਗਾ ਜੋ ਮੈਂ ਚਾਹੁੰਦੀ। ਔਰ ਮੇਰੇ ਲਈ ਮੇਰੀ ਮੈਂਟਲ ਹੈਲਥ ਜ਼ਰੂਰੀ ਹੈ, ਇਸ ਲਈ ਇਸ ਨੌਕਰੀ ਨੂੰ ਛੱਡਣਾ ਵੀ ਜ਼ਰੂਰੀ ਹੈ। ਮੈਨੂੰ ਅੱਜ ਵੀ ਯਾਦ ਹੈ ਮੇਰੀ ਹੈੱਡ ਦੀ ਭੇਜੀ ਹੋਈ ਮੈਨੂੰ ਉਹ ਲਾਈਨ ਕਿ ਸਿੰਸ ਲੀਡਰਸ਼ਿਪ ਇਜ਼ ਨਾਟ ਯੂਅਰ ਫੋਰਟੇ, ਇਸ ਲਈ ਤੁਹਾਨੂੰ ਅਸੀਂ ਇਸ ਪੋਸਟ ਤੋਂ ਰਿਮੂਵ ਕਰ ਰਹੇ ਹਾਂ। ਪਰ ਇਹ ਜਿਹੜੀ ਲਾਈਨ ਸੀ, ਐਜ਼ ਲੀਡਰਸ਼ਿਪ ਇਜ਼ ਨਾਟ ਯੂਅਰ ਫੋਰਟੇ, ਕਿ ਕਿਉਂਕਿ ਲੀਡਰਸ਼ਿਪ ਤੁਹਾਡੀ ਖਾਸੀਅਤ ਨਹੀਂ ਹੈ, ਤੁਹਾਡੇ ਵਿੱਚ ਇਹ ਐਬਿਲਿਟੀ ਨਹੀਂ ਹੈ, ਇਸ ਲਈ ਅਸੀਂ ਤੁਹਾਨੂੰ ਤੁਹਾਡੀ ਪੋਸਟ ਤੋਂ ਰਿਮੂਵ ਕਰ ਰਹੇ ਹਾਂ। ਮੈਂ ਇਸ ਲਾਈਨ ਨੂੰ ਪਕੜ ਲਿਆ ਕਿ ਤੁਸੀਂ ਮੈਨੂੰ ਐਡੀ ਵੱਡੀ ਗੱਲ ਮੇਰੀ 8 ਸਾਲ ਦੀ ਮਿਹਨਤ ਤੋਂ ਬਾਅਦ ਕਹਿ ਰਹੇ ਹੋ, ਅਤੇ ਹੁਣ ਮੈਂ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਦੱਸੂੰਗੀ ਕਿ ਲੀਡਰਸ਼ਿਪ ਮੇਰਾ ਫੋਰਟੇ ਹੈ ਜਾਂ ਨਹੀਂ ਹੈ। ਪਰ ਐਜ਼ ਦੇ ਸੇ ਕਿ ਤੁਹਾਨੂੰ ਨਹੀਂ ਪਤਾ ਕਿ ਲਾਈਫ ਦੇ ਵਿੱਚ ਅੱਗੇ ਦੇ ਅੱਗੇ ਕੀ ਹੈ। ਹੁਣ 2020 ਦੇ ਵਿੱਚ ਤੁਸੀਂ ਰੈਜ਼ਿਗਨੇਸ਼ਨ ਦੇ ਦਿੰਦੇ ਹੋ ਇੱਕ ਅੱਛੀ ਖਾਸੀ ਨੌਕਰੀ ਤੋਂ, 1 ਮਹੀਨਾ ਤੋਂ ਬਹੁਤ ਅੱਛਾ ਨਿਕਲਦਾ,
ਤੁਹਾਨੂੰ ਲੱਗਦਾ ਹੈ ਕਿ ਹਾਂ ਇੱਕ ਛੁੱਟੀ ਮਿਲ ਗਈ, ਪਰ ਜਿਹੜਾ ਤੁਹਾਡੇ ਅੰਦਰ ਬੈਠਾ ਹੋਇਆ ਉਹ ਲੀਡਰ ਹੈ ਉਹ ਤਾਂ ਬਾਹਰ ਆਉਣਾ ਹੀ ਚਾਹੁੰਦਾ ਹੈ। ਤੁਸੀਂ ਦੇਖ ਰਹੇ ਹੋ ਕਿ ਫਾਈਨੈਂਸ਼ੀਅਲੀ ਮੈਂ ਇੰਡੀਪੈਂਡੈਂਟ ਸੀਗੀ, ਹੁਣ ਮੇਰੇ ਅਕਾਊਂਟ ਦੇ ਵਿੱਚ ਕੋਈ ਸੈਲਰੀ ਨਹੀਂ ਆ ਰਹੀ, ਹੁਣ ਮੇਰੀ ਸੇਵਿੰਗਸ ਜਿਹੜੀਆਂ ਨੇ ਉਹ ਸਪੈਂਡ ਹੋ ਰਹੀਆਂ ਨੇ, ਅਤੇ ਹੁਣ ਕਿਆ, ਹੁਣ ਇੱਥੋਂ ਦੀ ਇਹ ਸੋਚ ਲਈਏ ਕਿ ਹਾਂ ਠੀਕ ਹੈ ਹੁਣ ਘਰ ਦੇ ਵਿੱਚ ਬੈਠ ਜਾਂਦੇ ਹਾਂ। ਲੇਕਿਨ ਇਹ ਫਿਰ ਇੱਕ ਨਵੀਂ ਸਟਰਗਲ ਸ਼ੁਰੂ ਹੋ ਗਈ, ਔਰ ਮੈਂ ਇਹ ਵੀ ਚੀਜ਼ ਨੂੰ ਲਾਈਫ ਦੇ ਵਿੱਚ ਜਾਣਿਆ ਕਿ ਇਹ ਜਿਹੜੀ ਸਟਰਗਲ ਸਾਡੇ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਹੈ ਇਹ ਵੀ ਕਦੀ ਨਹੀਂ ਰੁਕਦੀ, ਕਿਉਂਕਿ ਸਾਡਾ ਜੋ ਡੋਪਾਮਾਈਨ ਹੈ ਉਹ ਕਦੀ ਸ਼ਾਂਤੀ ਨਹੀਂ ਹੁੰਦਾ। ਸਾਡਾ ਦਿਮਾਗ, ਸਾਡੇ ਹਾਰਮੋਨਸ ਉਹ ਚਾਹੁੰਦੇ ਨੇ ਕੁਛ ਨਾ ਕੁਛ ਨਵਾਂ ਅਚੀਵ ਕਰਨਾ ਲਾਈਫ ਦੇ ਵਿੱਚ। ਔਰ ਉੱਥੇ ਹਾਲਾਤ ਇੱਦਾਂ ਦੇ ਹੋ ਗਏ 2020 ਦੇ ਵਿੱਚ, 21 ਦੇ ਵਿੱਚ, ਕਿ ਮੈਂ ਆਪਣੇ ਆਪ ਨੂੰ ਇੱਕ ਬੇਰੁਜ਼ਗਾਰ ਇਨਸਾਨ ਸਮਝਣ ਲੱਗ ਗਈ ਕਿ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਵੀ ਇੱਥੇ ਆ ਕੇ ਵੀ ਇਹੀ ਲੱਗ ਰਿਹਾ ਹੈ ਕਿ ਮੈਂ ਲਾਈਫ ਦੇ ਵਿੱਚ ਕੁਝ ਅਚੀਵ ਹੀ ਨਹੀਂ ਕੀਤਾ। ਮੈਂ ਜੋ ਹਜ਼ਾਰਾਂ ਇਹੋ ਜਿਹਾ ਬੱਚਿਆਂ ਨੂੰ ਜਿਹੜੇ ਕਿ ਛੋਟੇ ਛੋਟੇ ਪਿੰਡਾਂ ਤੋਂ ਆਉਂਦੇ ਸੀ, ਔਰ ਉਹ ਆਪਣੇ ਘਰਾਂ ਦੇ ਵਿੱਚ ਫਸਟ ਜਨਰੇਸ਼ਨ ਲਰਨਰਸ ਹੁੰਦੇ ਸੀ, ਪਹਿਲੀ ਜਨਰੇਸ਼ਨ ਹੁੰਦੀ ਸੀ ਜਿਹੜੀ ਸਕੂਲ ਪਹੁੰਚੀ, ਇੱਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਪਹੁੰਚੀ, ਉਹਨਾਂ ਬੱਚਿਆਂ ਨੂੰ ਸਿਖਾ ਕੇ ਸਟੇਜ ਦੇ ਉੱਪਰ ਲੈ ਕੇ ਜਾਂਦੀ ਸੀ, ਉਹਨਾਂ ਤੋਂ ਪਰਫਾਰਮ ਕਰਵਾਉਂਦੀ ਸੀ। ਅੱਜ ਮੇਰੀ ਹਾਲਤ ਇੱਦਾਂ ਦੀ ਹੋ ਗਈ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਕੁਝ ਨਹੀਂ ਆਉਂਦਾ, ਮੈਂ ਘਰ ਦੇ ਵਿੱਚ ਬੈਠੀ ਹੋਈ ਹਾਂ ਜਸਟ ਇੱਕ ਹੋਮ ਮੇਕਰ ਬਣ ਕੇ। ਔਰ ਇਹ ਸਟਰਗਲ ਨੇ ਫਿਰ ਇੱਕ ਨਵੀਂ ਚੀਜ਼ ਨੂੰ ਜਨਮ ਦਿੱਤਾ। ਇਹ ਮਹਿਸੂਸ ਹੋਣ ਲੱਗਾ ਕਿ ਹੁਣ ਇੱਥੋਂ ਦੀ ਕੁਝ ਨਵਾਂ ਕਰਨਾ ਜ਼ਰੂਰੀ ਹੈ, ਔਰ ਫਿਰ ਆਪਣੇ ਉਸ ਟੈਲੈਂਟ ਨੂੰ ਹੀ ਅੱਗੇ ਲੈ ਕੇ ਆਂਦਾ ਕਿ ਕਮਿਊਨੀਕੇਸ਼ਨ ਸਕਿੱਲਸ ਜੇ ਅੱਛੀਆਂ ਨੇ ਤੇ ਇਹਨਾਂ ਦਾ ਕੁਝ ਫਾਇਦਾ ਲਿੱਤਾ ਜਾਵੇ। ਔਰ ਮੈਂ ਬਲੌਗ ਲਿਖਣੇ ਸ਼ੁਰੂ ਕੀਤੇ ਆਪਣੇ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਬੈਠੇ, ਜਿਸ ਦਾ ਕਿ ਨਾਮ ਮੁਕੇਰੀਆਂ ਹੈ। ਉੱਥੇ ਬੈਠੇ ਬੈਠੇ ਮੈਂ ਇੱਕ ਬਲੌਗਰ ਬਣੀ, ਆਪਣੀ ਵੈਬਸਾਈਟ ਬਣਵਾਈ, ਫਿਰ ਬਲੌਗ ਪੋਸਟ ਕਰਨੇ ਸ਼ੁਰੂ ਕੀਤੇ। ਹੁਣ ਬਲੌਗ ਪੋਸਟ ਕਰਦੀ ਰਹੀ, ਲੇਕਿਨ ਜ਼ਰੂਰੀ ਨਹੀਂ ਕਿ ਤੁਹਾਨੂੰ ਲੋਕ ਬੈਠੇ ਹੋਏ ਨੇ ਜੋ ਇੰਤਜ਼ਾਰ ਕਰ ਰਹੇ ਨੇ ਤੁਹਾਨੂੰ ਹੀ ਐਪਰੀਸ਼ੀਏਟ ਕਰਨ ਦੇ ਲਈ। ਥੋੜ੍ਹਾ ਡਿਸਅਪੋਇੰਟਮੈਂਟ ਹੁੰਦੀ ਸੀ ਕਿ ਬਲੌਗ ਤਾਂ ਲਿਖ ਰਹੀ ਹੈ, ਪਰ ਉਹਨੂੰ ਕੌਣ ਪੜ੍ਹ ਰਿਹਾ ਹੈ, ਉਹਨੂੰ ਕੌਣ ਸਮਝ ਰਿਹਾ ਹੈ ਜੋ ਮੈਂ ਲਿਖਦੀ ਪਈ ਹੈ। ਅਤੇ ਨਿਰਾਸ਼ਾ ਦੇ ਇੱਕ ਜੰਗਲ ਦੇ ਵਿੱਚ ਫਿਰ ਮੈਂ ਗਿਰਨ ਹੀ ਵਾਲੀ ਸੀ ਕਿ ਅਚਾਨਕ ਹੀ ਮੈਨੂੰ ਫੇਸਬੁੱਕ ਦੇ ਉੱਪਰ ਇੱਕ ਮੈਸੇਜ ਆਉਂਦਾ ਹੈ ਕਿ ਅਸੀਂ ਤੁਹਾਡਾ ਬਲੌਗ ਪੜ੍ਹਿਆ ਹੈ। ਇਹ ਤੇਲੰਗਾਨਾ ਬੇਸਡ ਇੱਕ ਕੰਪਨੀ ਸੀਗੀ, ਉਹਨਾਂ ਦੇ ਵੱਲੋਂ ਸੀਗਾ ਕਿ ਤੁਸੀਂ ਬਹੁਤ ਅੱਛਾ ਲਿਖਿਆ ਉਸ ਬਲੌਗ ਦੇ ਵਿੱਚ, ਔਰ ਸਾਡੀ ਜਿਹੜੀ ਨੈਕਸਟ ਸੀਰੀਜ਼ ਆਫ ਇੰਟਰਵਿਊਜ਼ ਹੈ ਉਹ ਇਸ ਬਾਰੇ ਹੀ ਹੈ। ਅਸੀਂ ਔਰਤਾਂ ਤੋਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਉਹ ਕਿੱਦਾਂ ਬੈਲੈਂਸ ਬਣਾ ਕੇ ਚੱਲਦੀਆਂ ਨੇ ਜ਼ਿੰਦਗੀ ਦੇ ਵਿੱਚ, ਔਰ ਕਦੀ ਨਿਰਾਸ਼ ਨਹੀਂ ਹੁੰਦੀਆਂ। ਅਤੇ ਮੈਨੂੰ ਲੱਗਿਆ ਕਿ ਇਹ ਤਾਂ ਹੈ ਕਿ ਮੈਂ ਨਿਰਾਸ਼ ਹੁੰਦੀ ਹਾਂ, ਪਰ ਮੈਂ ਫਿਰ ਵੀ ਉਸ ਨਿਰਾਸ਼ਾ ਤੋਂ ਹਮੇਸ਼ਾ ਉੱਠ ਜਾਂਦੀ। ਔਰ ਮੈਂ ਡਰਦੇ ਉਸ ਇੰਟਰਵਿਊ ਲਈ ਹਾਂ ਕਰ ਦਿੱਤਾ, ਕਿਉਂਕਿ ਮੈਂ ਲਾਈਫ ਦੇ ਵਿੱਚ ਕਦੀ ਇਸ ਤਰ੍ਹਾਂ ਲਾਈਕ ਬ੍ਰੌਡਕਾਸਟ ਵਾਲੀ ਕੋਈ ਇੰਟਰਵਿਊ ਦਿੱਤੀ ਨਹੀਂ ਸੀ ਕਿ ਜਿੱਥੇ ਕੋਈ ਮੈਨੂੰ ਦੇਖੇ, ਕੋਈ ਮੈਨੂੰ ਸੁਣੇਗਾ ਕਿ ਮੈਂ ਆਪਣੇ ਬਾਰੇ ਬੋਲ ਰਹੀ ਹਾਂ। ਮੈਂ ਕਦੀ ਲਾਈਫ 'ਚ ਆਪਣੇ ਬਾਰੇ ਬੋਲਿਆ ਹੀ ਨਹੀਂ ਸੀ, ਪਰ ਡਰਦੇ ਉਹ ਹਾਂ ਕਰ ਦਿੱਤੀ ਕਿ ਕੋਈ ਗੱਲ ਨਹੀਂ। ਜਿਵੇਂ ਕਿ ਕਿਹਾ ਜਾਂਦਾ ਨਾ ਕਿ ਜਦੋਂ ਕੋਈ ਨਵੀਂ ਓਪਰਚੁਨਿਟੀ ਤੁਹਾਨੂੰ ਮਿਲਦੀ ਹੈ, ਪਹਿਲਾਂ ਉਸ ਓਪਰਚੁਨਿਟੀ ਨੂੰ ਹਾਂ ਕਰ ਦਿਓ, ਉਸ ਤੋਂ ਬਾਅਦ ਇਹ ਸੋਚੋ ਔਰ ਸਿੱਖੋ ਕਿ ਇਹਨੂੰ ਕਰਨਾ ਕਿੱਦਾਂ। ਔਰ ਮੈਂ ਸੋਚਿਆ ਕਿ ਹੁਣ ਮੈਂ ਇਸ ਨੂੰ ਹਾਂ ਕਰ ਦਿੰਦੀ ਹਾਂ ਔਰ ਦੇਖੀ ਜਾਏਗਾ ਜੋ ਹੋਏਗਾ। ਉਸ ਇੰਟਰਵਿਊ ਦੇ ਦੌਰਾਨ ਉਹ ਲਾਈਵ ਸਟਰੀਮਿੰਗ ਵਾਲੀ ਇੱਕ ਇੰਟਰਵਿਊ ਸੀਗੀ, ਔਰ ਮੈਂ ਫਸਟ ਟਾਈਮ ਹੀ ਇੰਟਰਵਿਊ ਕਰ ਰਹੀ ਸੀ, ਫਸਟ ਟਾਈਮ ਹੀ ਲਾਈਵ ਜਾ ਰਹੀ ਸੀ। ਔਰ ਲੇਕਿਨ ਕੌਨਫੀਡੈਂਸ ਰੱਖਿਆ ਆਪਣੇ ਆਪ ਦੇ ਉੱਪਰ, ਜੋ ਵੀ ਉਹਨਾਂ ਨੇ ਪੁੱਛਿਆ ਉਹਦਾ ਜਵਾਬ ਬੜੀ ਅੱਛੀ ਤਰ੍ਹਾਂ ਦਿੱਤਾ। ਔਰ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਉਸ ਇੱਕ ਇੰਟਰਵਿਊ ਨੇ ਮੇਰੀ ਪੂਰੀ ਲਾਈਫ ਸਪੈਨ ਨੂੰ ਬਦਲ ਕੇ ਰੱਖ ਦਿੱਤਾ, ਪੂਰਾ 360 ਡਿਗਰੀ ਚੇਂਜ ਕਰ ਦਿੱਤਾ। ਔਰ ਆਪਣੀ ਇਸ ਜਿਹੜੀ ਇੱਛਾ ਸੀ ਆਪਣੇ ਅੰਦਰ ਕਿ ਕਮਿਊਨੀਕੇਸ਼ਨ ਸਕਿੱਲਸ ਜੇ ਮੇਰੀਆਂ ਚੰਗੀਆਂ ਨੇ ਤਾਂ ਮੈਂ ਦੂਸਰਿਆਂ ਨੂੰ ਵੀ ਮੋਟੀਵੇਟ ਕਰਨਾ ਹੈ ਕਿ ਇਹ ਕਮਿਊਨੀਕੇਸ਼ਨ ਸਕਿੱਲਸ ਹੋਣੀਆਂ ਬਹੁਤ ਜ਼ਰੂਰੀ ਨੇ। ਇਹਨਾਂ ਇੰਟਰਵਿਊਜ਼ ਦੇ ਇਲਾਵਾ ਮੈਂ ਆਪਣਾ ਇੱਕ ਇੰਸਟੀਟਿਊਟ ਖੋਲ੍ਹਿਆ, ਕਿਉਂਕਿ ਮੈਨੂੰ ਇਹ ਮਹਿਸੂਸ ਹੋਇਆ ਕਿ ਜੇ ਮੈਂ ਇੱਕ ਛੋਟੀ ਜਿਹੀ ਜਗ੍ਹਾ 'ਤੇ ਬੈਠ ਕੇ ਪੂਰੇ ਭਾਰਤ ਦੇ ਵਿੱਚ, ਔਰ ਸਿਰਫ ਭਾਰਤ ਦੇ ਵਿੱਚ ਹੀ ਨਹੀਂ, ਇੰਟਰਨੈਸ਼ਨਲ ਲੈਵਲ ਦੇ ਉੱਪਰ ਬੈਠੇ ਹੋਏ ਲੋਕਾਂ ਦੇ ਨਾਲ ਇੰਟਰੈਕਟ ਕਰ ਸਕਦੀ ਹਾਂ, ਅਤੇ ਮੇਰੇ ਕਸਬੇ ਦੇ ਵਿੱਚ ਬੈਠੇ ਹੋਏ ਹੋਰ ਮੁੰਡੇ ਕੁੜੀਆਂ ਇਹ ਸਭ ਕਿਉਂ ਨਹੀਂ ਕਰ ਸਕਦੇ? ਕਿਉਂ ਉਹਨਾਂ ਨੂੰ ਇਹਨਾਂ ਛੋਟੇ ਛੋਟੇ ਕਸਬਿਆਂ ਤੋਂ ਨਿਕਲ ਕੇ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਹੈ ਇੰਗਲਿਸ਼ ਸਿੱਖਣ ਦੇ ਲਈ, ਪਬਲਿਕ ਸਪੀਕਿੰਗ ਸਿੱਖਣ ਦੇ ਲਈ? ਅਤੇ ਇਸ ਚੀਜ਼ ਨੂੰ ਆਪਣਾ ਜ਼ਰੀਆ ਬਣਾ ਕੇ ਮੈਂ ਇਹ ਸੋਚਿਆ ਕਿ ਹੁਣ ਮੈਨੂੰ ਜ਼ਰੂਰਤ ਹੈ ਕਿ ਮੈਂ ਆਪਣੇ ਕਸਬੇ ਦੇ ਲਈ ਕੁਝ ਕਰਾਂ। ਆਪਸ਼ਨ ਸੀ ਕਿ ਆਪਣੇ ਰਿਸ਼ਤੇਦਾਰਾਂ ਦੇ ਕੋਲ ਵਿਦੇਸ਼ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ, ਪਰ ਮੈਂ ਇਹੀ ਸੋਚਿਆ ਕਿ ਨਹੀਂ, ਸਭ ਗਏ ਹੋਏ ਨੇ ਵਿਦੇਸ਼, ਠੀਕ ਹੈ, ਉਹ ਖੁਸ਼ ਨੇ ਵਿਦੇਸ਼ਾਂ ਦੇ ਵਿੱਚ, ਪਰ ਮੈਂ ਆਪਣੇ ਹੀ ਕਸਬੇ ਦੇ ਵਿੱਚ ਰਹਿਣਾ ਹੈ ਔਰ ਆਪਣੇ ਕਸਬੇ ਦੇ ਲੋਕਾਂ ਦੇ ਲਈ ਹੀ ਕੁਝ ਕਰਨਾ ਹੈ। ਔਰ ਬਲਕਿ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਬੈਠੇ ਹੋਏ ਕੁਝ ਹੋਰ ਲੋਕਾਂ ਨੂੰ ਆਪਣੇ ਕਸਬੇ ਦੇ ਵਿੱਚ ਖਿੱਚ ਕੇ ਲੈ ਕੇ ਆਉਣਾ ਹੈ ਕਿ ਉਹ ਵੀ ਆ ਕੇ ਇੱਥੇ ਨਵੀਆਂ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰਨ। ਇਸ ਦੌਰਾਨ ਮੈਂ ਆਪਣਾ ਇੰਸਟੀਟਿਊਟ ਬਣਾਇਆ ਜਿਸ ਦਾ ਨਾਮ ਵਿਜ਼ਨ ਅਪਗ੍ਰੇਡਡ ਹੈ। ਇੱਕ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟ੍ਰੇਨਿੰਗ ਇੰਸਟੀਟਿਊਟ ਹੈ
ਜਿੱਥੇ ਬੱਚਿਆਂ ਨੂੰ ਪਬਲਿਕ ਸਪੀਕਿੰਗ, ਕਮਿਊਨੀਕੇਸ਼ਨ ਸਕਿੱਲ ਸਿਖਾਈਆਂ ਜਾਂਦੀਆਂ ਨੇ। ਮੈਨੂੰ ਲੱਗਦਾ ਹੈ ਕਿ ਇਹ ਸਭ ਬੋਲ ਪਾਉਣਾ ਔਰ ਇਹ ਸਭ ਕਰਨਾ, ਮੈਂ ਆਰਾਮ ਨਾਲ ਘਰ ਦੇ ਵਿੱਚ ਵੀ ਬੈਠ ਸਕਦੀ ਸੀ, ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ ਸੀ। ਪਰ ਅਸੀਂ ਜਦ ਆਏ ਹਾਂ ਇਸ ਦੁਨੀਆ ਦੇ ਵਿੱਚ, ਤੇ ਓਬਵੀਅਸਲੀ ਸਾਡੇ ਲਈ ਕੁਝ ਯੂਨੀਵਰਸ ਨੇ ਸਪੈਸ਼ਲ ਸੋਚਿਆ ਹੈ, ਔਰ ਉਸ ਚੀਜ਼ ਨੂੰ ਹੁਣ ਲੱਭਣਾ ਤੇ ਅਸੀਂ ਆਪ ਹੀ ਹੈ। ਸਾਡੇ ਕੋਲ 2 ਆਪਸ਼ਨਸ ਹੁੰਦੀਆਂ ਨੇ, ਜਾਂ ਤਾਂ ਅਸੀਂ ਰੋ ਲਈਏ, ਰੋ ਰੋ ਕੇ ਆਪਣੇ ਆਪ ਨੂੰ ਬਿਮਾਰ ਕਰ ਲਈਏ, ਜਾਂ ਫਿਰ ਅਸੀਂ ਸੋਚੀਏ ਇਸ ਚੀਜ਼ ਬਾਰੇ ਕਿ ਆਖਿਰ ਉਹ ਐਸੀ ਕਿਹੜੀ ਚੀਜ਼ ਹੈ ਜੋ ਕਰਨ ਦੇ ਲਈ ਕੁਦਰਤ ਨੇ ਮੈਨੂੰ ਇਸ ਧਰਤੀ ਤੇ ਭੇਜਿਆ। ਔਰ ਮੈਨੂੰ ਇਹ ਚੀਜ਼ ਲੱਗੀ ਕਿ ਸ਼ਾਇਦ ਮੈਂ ਉਹ ਜ਼ਰੀਆ ਬਣ ਸਕਦੀ ਹਾਂ ਜਿਹਦੇ ਨਾਲ ਮੇਰੇ ਸ਼ਹਿਰ ਦੇ ਵਿੱਚ, ਮੇਰੇ ਉਸ ਛੋਟੇ ਜਿਹੇ ਕਸਬੇ ਦੇ ਵਿੱਚ ਬੈਠੇ ਹੋਏ ਹੋਰ ਜਿਹੜੇ ਲੜਕੇ ਲੜਕੀਆਂ ਨੇ, ਜਾਂ ਕੋਈ ਵੀ ਇਨਸਾਨ ਹੈ, ਕੋਈ ਹਾਊਸ ਵਾਈਫ ਹੈ, ਕੋਈ ਆਲਰੇਡੀ ਕੋਈ ਛੋਟਾ ਮੋਟਾ ਬਿਜ਼ਨਸ ਚਲਾ ਰਹੇ ਨੇ, ਉਹ ਜੇ ਜਾਣਨਾ ਚਾਹੁੰਦੇ ਨੇ, ਉਹ ਕੁਝ ਬੋਲਣਾ ਚਾਹੁੰਦੇ ਨੇ, ਉਹ ਕੁਝ ਲਿਖਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਮੈਂ ਕਿੱਦਾਂ ਮਦਦ ਕਰ ਸਕਦੀ ਹਾਂ। ਔਰ ਬਸ ਇੱਥੋਂ ਦੀ ਮੈਂ ਆਪਣੀ ਉਸ ਵਿਜ਼ਨ ਨੂੰ ਸਟਾਰਟ ਕਰ ਦਿੱਤਾ। ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ, ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ 'ਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣਨ ਦਾ ਮੌਕਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।